कर्म भूमि की दुनिया में कर्म सभी ने करना, भगवान तो सिर्फ लकीरें देते, रंग हमने ही भरना, रंग हमने ही भरना। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੀ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੀਤ ਦੇ ਨਾਲ। ਵਿਚਾਰਨ ਦੀ ਗੱਲ ਦੋਸਤੋ, ਇੰਗਲਿਸ਼ ਵਿੱਚ ਕਿ ਬੜੀ ਸੋਹਣੀ ਪ੍ਰੋਵਰਬ ਹੈ ਕਿ ਵਾਈ ਇਜ਼ ਦੇਅਰ ਆਲਵੇਜ਼ ਮਨੀ ਫॉर ਵਾਰ ਐਂਡ ਪੋਲਿਟਿਕਸ ਐਂਡ ਨਾਟ ਫॉर ਐਜੂਕੇਸ਼ਨ। ਲੀਡਰਸ ਦੇ ਕੋਲ, ਸਰਕਾਰਾਂ ਕੋਲ ਹਮੇਸ਼ਾ ਹੀ ਇਨਫ ਪੈਸੇ ਨੇ, ਲੋੜ ਤੋਂ ਵੱਧ ਪੈਸੇ ਨੇ ਜੰਗਾਂ ਨੂੰ ਲੜਨ ਵਾਸਤੇ ਅਤੇ ਜਾਂ ਰਾਜਨੀਤੀ ਦੇ ਵਿੱਚ ਵੋਟਾਂ ਖਰੀਦਣ ਲਈ ਜਾਂ ਆਪਣੇ ਚੋਣ ਪ੍ਰਚਾਰ ਲਈ, ਬਟ ਨਾਟ ਫॉर ਐਜੂਕੇਸ਼ਨ। ਐਸੀ ਕੀ ਚੀਜ਼ ਹੈ? ਇਹਨਾਂ ਲੀਡਰਾਂ ਨੂੰ ਪਤਾ ਹੈ ਕਿ ਜੇ ਪੋਲੀਟਿਕਸ ਦੇ ਵਿੱਚ ਲੋਕ ਪੜ੍ਹ ਲਿਖ ਗਏ ਅਤੇ ਪੋਲੀਟਿਕਸ ਵਿੱਚ ਉਹਨਾਂ ਨੇ ਵੀ ਅੱਗੇ ਪੈਰ ਰੱਖ ਲੈਣਾ ਹੈ, ਪੜ੍ਹ ਲਿਖ ਗਏ ਅਤੇ ਫਿਰ ਉਹਨਾਂ ਦੀ ਨਹੀਂ ਚੱਲ ਪਾਉਣੀ। ਬਹੁਤ ਸਾਰੇ ਲੀਡਰ ਜਿਹੜੇ ਨੇ, ਸਪੈਸ਼ਲੀ ਅਸੀਂ ਕਹੀਏ ਕਿ ਥਰਡ ਵਰਲਡ ਕੰਟਰੀਜ਼ ਦੇ ਵਿੱਚ, ਚਾਹੁੰਦੇ ਹੀ ਨਹੀਂ ਕਿ ਐਜੂਕੇਟ ਹੋਣ ਲੋਕ, ਕਿਉਂਕਿ ਜਦੋਂ ਬੰਦਾ ਐਜੂਕੇਟ ਹੋ ਜਾਂਦਾ ਹੈ ਉਹ ਕੁਐਸਚਨ ਕਰਨ ਲੱਗਦਾ ਹੈ। ਉਹ ਕੁਐਸਚਨ ਪੁੱਛਦਾ ਹੈ ਜੀ ਆਹ ਕਿਵੇਂ ਅਤੇ ਫਿਰ ਉਹ ਚੀਜ਼ ਕਿਵੇਂ, ਅਤੇ ਜਾਂ ਉਦੋਂ ਪੁੱਛਣ ਲੱਗਦਾ ਹੈ ਜਦੋਂ ਪਾਣੀ ਸਿਰ ਦੇ ਉੱਪਰੋਂ ਦੀ ਲੰਘਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ, ਭਾਰਤ ਦੇ ਵਿੱਚ ਇਸ ਵੇਲੇ ਇਹੋ ਹੀ ਹਾਲ ਹੋਇਆ ਪਿਆ ਹੈ। ਉੱਥੇ ਸਾਡੇ ਜੋ ਸਰਕਾਰ ਹੈ ਇਸ ਵੇਲੇ ਬੀਜੇਪੀ ਦੀ, ਕੋਈ ਵੀ ਜਿਹੜਾ ਅਸਲੀ ਮੁੱਦਾ ਹੋਣਾ ਚਾਹੀਦਾ ਹੈ ਪਬਲਿਕ ਦਾ, ਜਿਵੇਂ ਐਜੂਕੇਸ਼ਨ, ਹੈਲਥ, ਇੰਪਲੋਇਮੈਂਟ ਜਾਂ ਇਕਨੋਮਿਕ ਗਰੋਥ, ਇਸ ਦੀ ਗੱਲ ਨਹੀਂ ਕਰ ਰਹੀ। ਸਿਰਫ ਗੱਲ ਕੀ ਕਰ ਰਹੀ ਹੈ? ਹਿੰਦੂ ਮੁਸਲਿਮ, ਹਿੰਦੂ ਮੁਸਲਿਮ, ਹਿੰਦੂ ਧਰਮ ਖਤਰੇ ਮੇਂ ਹੈ। ਆਓ ਦੋਸਤੋ, ਆਪਾਂ ਸਾਰੇ ਮਿਲ ਕੇ ਸਮਝੀਏ ਕਿ ਕੋਈ ਵੀ ਧਰਮ ਖਤਰੇ 'ਚ ਨਹੀਂ ਹੈ। ਇਸ ਵੇਲੇ ਖਤਰੇ 'ਚ ਹੈ ਅਤੇ ਸਾਡੀ ਐਜੂਕੇਸ਼ਨ ਹੈ ਅਤੇ ਸਾਡਾ ਭਵਿੱਖ ਹੈ। ਬਲਾਈਂਡ ਫੋਲੋਅਰ ਨਾ ਬਣੀਏ। ਜਿਹੜੇ ਲੀਡਰ ਚੰਗੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਅੱਗੇ ਲਿਆਈਏ। ਬਹੁਤ ਸਾਰੀਆਂ ਚੀਜ਼ਾਂ ਲਈ ਅਸੀਂ ਪਬਲਿਕ ਹੀ ਜ਼ਿੰਮੇਦਾਰ ਹਾਂ, ਕਿਉਂਕਿ ਇਹੋ ਜਿਹੇ ਮੂਰਖ ਲੀਡਰਾਂ ਨੂੰ ਅਸੀਂ ਅੱਗੇ ਲੈ ਕੇ ਆਉਂਦੇ ਹਾਂ, ਉਹਨਾਂ ਉੱਥੋਂ ਜੁੱਤੀਆਂ ਵੀ ਖਾਂਦੇ ਹਾਂ ਅਤੇ ਫਿਰ ਰੋਂਦੇ ਵੀ ਹਾਂ ਅਤੇ ਉਹਨਾਂ ਦਾ ਸਾਥ ਵੀ ਨਹੀਂ ਛੱਡਦੇ ਅਤੇ ਉਹਨਾਂ ਦੇ ਨਾਲ ਫੋਟੋਆਂ ਕਰਵਾ ਕੇ ਟੌਰ ਮਾਰਨ 'ਤੇ ਵੀ ਨਹੀਂ ਹਟਦੇ। ਫੁਕਰਾਬੰਦੀਆਂ ਤੋਂ ਅਸੀਂ ਪਿੱਛੇ ਹੋਈਏ, ਰਿਐਲਿਟੀ ਵਿੱਚ ਆਈਏ, ਤਾਂ ਕਿ ਸਾਡੇ ਜੋ ਦੇਸ਼ ਨੇ ਥਰਡ ਵਰਲਡ ਕੰਟਰੀਜ਼, ਜਿੱਥੋਂ ਅਸੀਂ ਬਰਥ ਲੈ ਕੇ ਕੈਨੇਡਾ ਵਿੱਚ ਮੂਵ ਹੋਏ ਹਾਂ, ਉਹ ਕੰਟਰੀ ਵੀ ਜਿਹੜੇ ਹੈ ਉਹ ਇਹਨਾਂ ਕੰਟਰੀਆਂ ਦੇ ਵਾਲੇ ਪਾਸੇ ਤਰੱਕੀ ਕਰਨ ਨੂੰ, ਆਪਣੇ ਆਪ ਨੂੰ ਅਗਾਂਹ ਵਧਾ ਸਕਣ। ਪੇਸ਼ ਹੈ ਅੱਜ ਦਾ ਇੱਕ ਜੋਕ। ਦੋਸਤੋ, ਜਿਹੜੇ ਅੱਜ ਕੱਲ੍ਹ ਲੀਡਰ ਨੇ ਨਾ ਸਾਡੇ ਥਰਡ ਵਰਲਡ ਕੰਟਰੀ 'ਚ, ਆਪਾਂ ਆਪਣੇ ਇੰਡੀਆ ਦੀ ਗੱਲ ਕਰੀਏ, ਉਹਨਾਂ ਵਿੱਚ ਸੇਵਾ ਭਾਵਨਾ ਇੰਨੀ ਕੁੱਟ ਕੇ ਭਰੀ ਹੋਈ ਆ ਕਿ ਜੇ ਟਿਕਟ ਨਾ ਦਿੱਤੀ ਪਾਰਟੀ ਨੇ, ਪਾਰਟੀ ਬਦਲ ਲੈਣਗੇ ਪਰ ਦੇਸ਼ ਦੀ ਸੇਵਾ ਕਰਕੇ ਹੀ ਛੱਡਣਗੇ। Marvelous English speaking course, the best course for ESL, you betcha. East or west, Professor Verdi is the best. ਸਾਡਾ ਕੈਨੇਡਾ। ਦੋਸਤੋ, ਹਿਸਟਰੀ ਨੂੰ ਯਾਦ ਕਰਨਾ ਬੜਾ ਹੀ ਔਖਾ ਕੰਮ ਹੈ ਵੈਸੇ, ਲੇਕਿਨ ਅਗਰ ਕੋਈ ਟੀਚਰ ਅੱਛਾ ਮਿਲ ਜਾਏ, ਉਹ ਤੁਹਾਨੂੰ ਨੁਕਤੇ ਦੇ ਦੇ ਅਤੇ ਦੇਖੋ ਕਿਵੇਂ ਤੁਸੀਂ ਆਸਾਨੀ ਨਾਲ ਤੁਰਦੇ ਫਿਰਦੇ ਚੀਜ਼ਾਂ ਯਾਦ ਰੱਖ ਸਕਦੇ ਹੋ। ਲਓ, ਜਿਸ ਤਰੀਕੇ ਨਾਲ ਅਸੀਂ ਸਿਟੀਜ਼ਨਸ਼ਿਪ ਦਾ ਟੈਸਟ ਤਿਆਰ ਕਰਵਾਉਂਦੇ ਹਾਂ, ਮੈਂ ਉਹ ਨੁਕਤਾ ਤੁਹਾਨੂੰ ਅੱਜ ਦੱਸਦਾ ਹਾਂ। ਈਅਰ ਕਿਵੇਂ ਯਾਦ ਰੱਖਣੇ ਨੇ, ਤੁਸੀਂ ਇੱਦਾਂ ਸਮਝੋ ਕਿ ਮੈਂ ਇੱਕ ਈਅਰ ਦਾ ਜ਼ਿਕਰ ਕਰਦਾ ਹਾਂ ਕਿ 1773, 1773। ਉਹਦੇ ਵਿੱਚ ਕੀ ਹੋਇਆ ਸੀ ਕਿ ਹੈਲੀਫੈਕਸ ਦੇ ਵਿੱਚ, ਜੋ ਨੋਵਾ ਸਕੋਸ਼ੀਆ ਦੀ ਕੈਪੀਟਲ ਹੈ, ਉੱਥੇ ਡੈਮੋਕ੍ਰੇਸੀ ਡਿਵੈਲਪ ਹੋਈ ਸੀ। ਯਾਨੀ ਕਿ ਉਸ ਵੇਲੇ ਹੈਲੀਫੈਕਸ ਸਿਟੀ ਦੇ ਮੇਅਰ ਜਾਂ ਕੌਂਸਲਰ ਚੁਣੇ ਗਏ ਹੋਣਗੇ ਡੈਮੋਕ੍ਰੈਟਿਕ ਵੇ ਦੇ ਨਾਲ, ਰਾਈਟ। ਹੁਣ ਅਗਲਾ ਆਪਾਂ ਸਾਲ ਜੇ ਯਾਦ ਕਰਨਾ ਹੈ, ਇਸ ਦੇ ਨਾਲ ਲਿੰਕ ਕਿਵੇਂ ਕਰੋ? ਜਿੱਥੇ 1773 ਸੀ ਉੱਥੇ ਹੁਣ 1873 ਕਰ ਦਿਓ, ਯਾਨੀ ਕਿ 100 ਸਾਲ ਬਾਅਦ ਕੀ ਹੋਇਆ ਸੀ? ਐਗਜ਼ੈਕਟਲੀ 100 ਸਾਲ ਬਾਅਦ ਇਸ ਦੇ ਪ੍ਰਿੰਸ ਐਡਵਰਡ ਆਈਲੈਂਡ ਨੇ ਕੈਨੇਡਾ ਕੌਨਫੈਡਰੇਸ਼ਨ ਜਿਹੜੀ ਬਣੀ ਸੀ 1867 ਯਾਨੀ 1867 ਵਿੱਚ, ਉਸ ਨੂੰ ਜੁਆਇਨ ਕਰ ਲਿਆ ਸੀ। ਹੈ ਨਾ, ਚੀਜ਼ ਕਲੀਅਰ ਹੋ ਗਈ। 1773 ਅਤੇ 1883। 1883 ਦੇ ਵਿੱਚ ਹੀ ਹੋਰ ਕੀ ਹੋਇਆ ਸੀ? ਜੋ ਅੱਜ ਦੀ RCMP ਹੈ,
ਉਸ ਵੇਲੇ ਇਸ ਦਾ ਨਾਮ ਜੋ ਕਿ ਨਾਰਥ ਵੈਸਟ ਮਾਊਂਟਡ ਪੁਲਿਸ ਸੀ, ਸਰ ਜੌਨ ਮੈਕਡੋਨਲਡ ਹੁਣਾਂ ਨੇ ਉਹ ਤਿਆਰ ਕੀਤੀ ਸੀ ਔਰ ਉਸ ਦਾ ਨਾਮ ਰੱਖਿਆ ਸੀ ਨਾਰਥ ਵੈਸਟ ਮਾਊਂਟਡ ਪੁਲਿਸ। ਤੋਂ 1773 1883 ਇਹਨਾਂ ਨੂੰ ਯਾਦ ਕਰ ਲਓ। 1773 ਵਿੱਚ ਇੱਕ ਕੰਮ ਹੋਇਆ ਸੀ ਕਿ ਹੈਲੀਫੈਕਸ ਵਿੱਚ ਡੈਮੋਕ੍ਰੇਸੀ ਡਿਵੈਲਪ ਹੋਈ ਸੀ। 1883 ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਨੇ ਕੈਨੇਡਾ ਕੌਨਫੈਡਰੇਸ਼ਨ ਨੂੰ ਜੁਆਇਨ ਕੀਤਾ ਸੀ ਤੇ ਨਾਲੇ ਅੱਜ ਦੀ RCMP ਜਿਹੜੀ ਹੈ ਉਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀ। ਹਾਂਜੀ, ਮੇਰਾ ਨਾਮ ਜਗਪ੍ਰੀਤ ਸਿੰਘ, ਮੈਂ ਟੋਰਾਂਟੋ ਰਹਿਣਾ ਜੀ ਤੇ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਹੈਗਾ। ਸੋ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਉਹਨਾਂ ਨੇ ਮੈਨੂੰ ਫੋਨ ਦੇ ਉੱਪਰ ਹੀ ਥੋੜੇ ਸਮੇਂ ਦੇ ਵਿੱਚ ਵਿਦਿਨ ਅ ਵੀਕ ਇੰਨੀ ਕੁ ਵਧੀਆ ਪ੍ਰਪੇਅਰ ਕਰਾਇਆ ਕਿ ਫਸਟ ਅਟੈਂਪਟ ਦੇ ਵਿੱਚ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਕਲੀਅਰ ਹੋ ਗਿਆ। ਸੋ ਹਾਈਲੀ ਰეკਮੈਂਡਡ GTP ਮਾਰਵਲਸ ਕਾਲਜ ਮਿਸਟਰ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ। ਥੈਂਕ ਯੂ ਵੈਰੀ ਮਚ। For more info, please visit englishisveryeasy.com. ਅੱਜ ਦਾ ਇੱਕ ਹੋਰ ਜੋਕ। ਕਿਸੇ ਮੁੰਡੇ ਨੂੰ ਕੁੜੀ ਵਾਲੇ ਦੇਖਣ ਗਏ ਤੇ ਮੁੰਡਾ ਬੈਠਾ ਆ ਨਾਲ ਮਾਂ-ਬਾਪ ਦੇ ਤੇ ਮਾਂ ਕਹਿੰਦੀ ਆ ਸਾਡਾ ਮੁੰਡਾ ਤੇ ਜੀ ਬਹੁਤ ਜ਼ਿੰਮੇਦਾਰ ਹੈ। ਤੇ ਮੁੰਡਾ ਅੱਗੇ ਉਹ ਕਹਿੰਦਾ ਹਾਂਜੀ ਮੈਂ ਬਹੁਤ ਜ਼ਿੰਮੇਦਾਰ ਹਾਂ ਜੀ, ਘਰ ਦੇ ਵਿੱਚ ਜਦੋਂ ਵੀ ਕੋਈ ਗੜਬੜ ਹੁੰਦੀ ਆ ਨਾ ਤੇ ਮੈਨੂੰ ਹੀ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। नाम जी विरदी खैर मंगे, विरदी खैर मंगे, विरदी खैर मंगे, दिन रात तेरी पिंड तेरा तैनू याद करदा तेरा तैनू याद करदा। ਸਤਿ ਸ਼੍ਰੀ ਅਕਾਲ ਜੀ, ਮੈਂ GTP ਮਾਰਵਲਸ ਕਾਲਜ ਤੋਂ IELTS ਦੀ ਪ੍ਰੈਪਰੇਸ਼ਨ ਕੀਤੀ ਸੀ ਤੇ ਮੈਂ ਅਪਰੋਕਸੀਮੇਟਲੀ 14 ਡੇਜ਼ ਦਾ ਮੇਰਾ ਕੋਰਸ ਸੀ ਤੇ ਟੀਚਰ ਆ ਵੈਰੀ ਗੁੱਡ ਐਂਡ এনवायरमेंट ਇੱਥੇ ਦਾ ਬਹੁਤ ਵਧੀਆ ਆ ਤੇ ਮੈਂ ਓਵਰਆਲ 6.5 ਬੈਂਡ ਸਕੋਰ ਕੀਤੇ ਆ ਐਂਡ ਥੈਂਕਸ ਟੂ ਬੇਦੀ ਸਰ ਐਂਡ देयर ਆਲ ਸਟਾਫ ਟੂ ਹੈਲਪ ਮੀ ਗੈਟਿੰਗ ਥੀਸ ਬੈਂਡਸ। For more info, please visit englishisveryeasy.com. ਇੰਗਲਿਸ਼ ਇਜ਼ ਵੈਰੀ ਈਜ਼ੀ। ਲੋ ਦੋਸਤੋ, ਅੱਜ ਆਪਾਂ ਤੁਹਾਨੂੰ ਥੋੜੇ ਜਿਹੇ ਹਾਈ ਲੈਵਲ ਦੇ ਵੋਕੈਬਲਰੀ ਵਰਡਸ ਦੇ ਨਾਲ ਜਾਣੂ ਕਰਵਾਉਂਦੇ ਹਾਂ। ਆਪਾਂ ਬਹੁਤ ਪਹਿਲਾਂ ਜਸਪਾਲ ਭੱਟੀ ਉਹਨਾਂ ਦਾ ਪ੍ਰੋਗਰਾਮ ਦੇਖਦੇ ਹੁੰਦੇ ਸੀ ਉਲਟਾ ਪੁਲਟਾ। ਬੜੀ ਦੇਰ ਮੈਂ ਵੀ ਲੱਭਦਾ ਰਿਹਾ ਕਿ ਇਸ ਉਲਟਾ ਪੁਲਟਾ ਦੀ ਅੰਗਰੇਜ਼ੀ ਕੀ ਹੋਏਗੀ। ਇਸ ਦੀ ਅੰਗਰੇਜ਼ੀ ਹੁੰਦੀ ਹੈ ਟੌਪਸੀ ਟਰਵੀ। ਦੇਖੋ ਇੱਥੇ ਸਕਰੀਨ ਤੇ ਲਿਖਿਆ ਆ ਰਿਹਾ ਹੈ everything was topsy turvy in the class or something like that। ਵੀ ਬੱਚਿਆਂ ਨੇ ਇੰਨਾ ਕੁ ਖਲਾਰਾ ਪਾਇਆ ਹੋਇਆ ਸੀ ਜਾਂ ਉਲਟਾ ਪੁਲਟਾ ਕੇ ਰੱਖਿਆ ਸੀ, ਮੇਜ਼ ਉਲਟੇ, ਕੁਰਸੀ ਕਿਤੇ ਪਈ ਹੈ, something like that। ਓਕੇ, ਫਿਰ ਵਰਡ ਹੈ ਟੀਨੀ ਵੀਨੀ ਔਰ ਇਸੇ ਦਾ ਹੀ ਸੇਮ ਵਰਡ ਹੈ ਟੀਨਸੀ ਵੀਨਸੀ, ਜਿਹਨੂੰ ਕਹਿੰਦੇ ਆ ਛੋਟੇ ਮੋਟੀਆਂ ਕੋਈ ਚੀਜ਼ਾਂ ਹੋਣ। ਜਿਵੇਂ ਕਹਿਣਾ ਹੋਵੇ ਮੈਨੂੰ ਇਹੋ ਜਿਹੇ ਛੋਟੇ ਮੋਟੇ ਕੰਮਾਂ ਲਈ ਨਾ ਕਿਆ ਕਰੋ, ਡੋਂਟ ਆਸਕ ਮੀ ਫॉर ਸੱਚ ਟੀਨੀ ਵੀਨੀ ਜੌਬਸ ਔਰ ਟੀਨਸੀ ਵੀਨਸੀ ਜੌਬਸ। ਇਹ ਆਪਣੀ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ ਬੁੱਕ ਦੇ ਵਿੱਚ ਸੈਂਟੈਂਸ ਦਿੱਤੇ ਹੋਏ ਨੇ। ਫਿਰ ਵਰਡ ਹੈਂਕੀ ਪੈਂਕੀ। ਹੈਂਕੀ ਪੈਂਕੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਕੰਮ ਕੋਈ ਵਧੀਆ ਤਰੀਕੇ ਨਾਲ ਨਾ ਕਰੇ ਨਾ ਤੇ ਉਹਨੂੰ ਕਹਿੰਦੇ ਆ ਕੀ ਯਾਰ ਤੂੰ ਕੰਮ ਕੀਤਾ ਆ ਹੈ, ਇਹਨੂੰ ਕੰਮ ਕਹਿੰਦੇ ਆ। ਕੰਮ ਕਰਨ ਵਾਲੇ ਕਾਰੀਗਰ ਹੁੰਦੇ ਆ, ਤੂੰ ਕਾਰੀਗਰਾਂ ਚੋਂ ਨਹੀਂ ਹੈ। ਯੂ ਡੂ ਐਵਰੀਥਿੰਗ ਲਾਈਕ ਹੈਂਕੀ ਪੈਂਕੀ। ਲਰਨ ਥਿੰਗਸ ਟੂ ਡੂ ਇਨ ਏ ਬੈਟਰ ਵੇ, ਰਾਈਟ। ਫਿਰ ਇੱਕ ਨਵਾਂ ਵਰਡ ਹੈ ਤੁਹਾਡੇ ਲਈ ਹੋਰ, ਹੰਕੀ ਡੋਰੀ। ਹੰਕੀ ਡੋਰੀ ਦਾ ਮਤਲਬ ਹੈ ਤਸੱਲੀ ਬਖਸ਼। ਡੋਂਟ ਵਰੀ, ਐਵਰੀਥਿੰਗ ਇਜ਼ ਹੰਕੀ ਡੋਰੀ। ਚਿੰਤਾ ਨਾ ਕਰੋ, ਸਭ ਕੁਝ ਸੈਟਿਸਫੈਕਟਰੀ ਹੈ, ਠੀਕ ਠਾਕ ਹੈ। ਤੁਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਲਿਆ ਕਰੋ। ਰਿਕਾਰਡ ਕਰਕੇ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਦੇਖਿਆ ਕਰੋ। ਤੁਹਾਡੀ ਵੋਕੈਬਲਰੀ ਵਿੱਚ ਜਾਂ ਸਿਟੀਜ਼ਨਸ਼ਿਪ ਦੀਆਂ ਟਿਪਸ ਜਾਂ ਹੋਰ ਵੀ ਜੋ ਅਸੀਂ ਤੁਹਾਨੂੰ ਤੁਹਾਡੇ ਪਸੰਦ ਦੀਆਂ ਗੱਲਾਂ ਕਰਦੇ ਹਾਂ, ਤੁਹਾਨੂੰ ਉਹ ਬਾਰ-ਬਾਰ ਸੁਣਨ ਨਾਲ ਤੁਹਾਨੂੰ ਸਿੱਖਣ ਨੂੰ ਹੋਰ ਵੀ ਮੌਕਾ ਮਿਲੇਗਾ। ਸਾਨੂੰ ਸੁਜੈਸ਼ਨ ਜ਼ਰੂਰ ਦਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਪਸੰਦ ਕਰਦੇ ਹੋ, ਅਸੀਂ ਇਸ ਤੋਂ ਵੀ ਵਧੀਆ ਇਸ ਪ੍ਰੋਗਰਾਮ ਨੂੰ ਬਣਾ ਸਕੀਏ। ਪੇਸ਼ਾ ਦਾ ਇੱਕ ਹੋਰ ਜੋ ਇੱਕ ਦੋਸਤ ਕੋਈ ਸ਼ਹਿਰ ਤੋਂ ਆਪਣੇ ਪਿੰਡ ਵਿੱਚ ਆਪਣੇ ਪੁਰਾਣੇ ਦੋਸਤ ਨੂੰ ਜਾ ਕੇ ਮਿਲਣ ਲੱਗਾ ਤੇ ਜਾ ਕੇ ਦੇਖਦਾ ਉਹ ਬੜਾ ਉਦਾਸ ਬੈਠਾ ਹੋਇਆ। ਉਹਨੂੰ ਪੁੱਛਦਾ ਯਾਰ ਹੈਲੋ ਕੀ ਹਾਲ ਚਾਲ ਹੈ, ਬੜਾ ਉਦਾਸ ਬੈਠਾ ਆ। ਕਹਿੰਦਾ ਯਾਰ 3 ਹਫ਼ਤੇ ਪਹਿਲਾਂ ਨਾ ਮੇਰੇ ਇੱਕ ਅੰਕਲ ਜੀ ਦੀ ਡੈਥ ਹੋ ਗਈ, ਉਹਨਾਂ ਦੇ ਕੋਈ ਬੱਚਾ ਨਹੀਂ ਸੀ, ਉਹ ਮੇਰੇ ਨਾਂ ਤੇ 1 ਕਰੋੜ ਰੁਪਈਆ ਛੱਡ ਗਏ। ਕਹਿੰਦਾ ਇਹ ਤਾਂ ਖੁਸ਼ੀ ਦੀ ਗੱਲ ਆ। ਫਿਰ ਕਹਿੰਦਾ ਪਿਛਲੇ ਹਫ਼ਤੇ ਕੀ ਹੋਇਆ ਕਿ ਮੇਰੇ ਮਾਸੀ ਜੀ ਸੀ, ਉਹਨਾਂ ਦੇ ਵੀ ਅੱਗੇ 2 ਬੱਚੇ ਸੀ ਪਰ ਉਹ ਵੀ ਬੜੇ ਅਮੀਰ ਸੀ।
ਤੇ ਉਹ ਵੀ ਜਦੋਂ ਕਾਲ ਚਲਾਣਾ ਕਰ ਗਏ ਤੇ ਮੇਰੇ ਲਈ 50 ਲੱਖ ਰੁਪਈਆ ਉਹ ਛੱਡ ਗਏ ਤੇ ਕਹਿੰਦਾ ਤੂੰ ਤਾਂ ਕਰੋੜਪਤੀ ਬਣ ਗਿਆ ਯਾਰ, ਤੇ ਤੂੰ ਉਦਾਸ ਕਾਹਤੋਂ ਬੈਠਾ? ਯਾਰ ਉਦਾਸ ਇਸ ਲਈ ਬੈਠਾ, ਹਫਤਾ ਹੋ ਗਿਆ ਕਿਸੇ ਰਿਸ਼ਤੇਦਾਰ ਦੀ ਡੈਥ ਨਹੀਂ ਹੋਈ ਹੁਣ। Marvelous English speaking course. We love Marvelous English Speaking Course. East or West, Marvelous English speaking course is the best. IELTS, SELPIP, ਸਿਟੀਜ਼ਨਸ਼ਿਪ ਅਸੀਂ ਨਹੀਂ ਬੋਲਦੇ, ਇਹ ਤਾਂ ਸਾਡੀ ਪ੍ਰੋਫੈਸ਼ਨਲ ਕੋਚਿੰਗ ਬੋਲਦੀ ਹੈ। ਕਾਲ ਕਰੋ 604 725 3340। ਮਨੀ ਮੈਟਰਸ। ਦੋਸਤੋ ਬਾਰ-ਬਾਰ ਆਪਾਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਜਿੱਥੇ ਪੈਸੇ ਕਮਾਉਣੇ ਜ਼ਰੂਰੀ ਨੇ, ਆਪਣੇ ਆਪ ਨੂੰ ਇਸ ਲਾਇਕ ਬਣਾਉਣਾ ਜ਼ਰੂਰੀ ਹੈ ਕਿ ਅਸੀਂ ਪੈਸੇ ਜਿਹੜੇ ਕਮਾਈਏ ਔਰ ਕਾਫੀ ਕਮਾਈਏ, ਉਸ ਦੇ ਨਾਲ ਪੈਸੇ ਨੂੰ ਸਹੀ ਜਗ੍ਹਾ ਇਨਵੈਸਟ ਕਰਨਾ, ਰੱਖਣਾ, ਗਰੋ ਕਰਨਾ, ਉਹ ਬਹੁਤ ਹੀ ਜ਼ਰੂਰੀ ਹੈ ਸਿੱਖਣਾ। ਆਮ ਤੌਰ 'ਤੇ ਆਪਾਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੀ, ਤਾਂ ਲਾਈਫ ਇੰਸ਼ੋਰੈਂਸ ਦੇ ਨਾਮ ਆਉਂਦੇ ਐਂ ਲੱਗਦਾ ਕਿ ਇਹ ਤਾਂ ਗੱਲ ਹੈ ਕਿ ਬਸ ਮੈਂ ਦੁਨੀਆ ਤੋਂ ਚੱਲਿਆ ਤੇ ਮੇਰੇ ਮਰਨ ਦੀਆਂ ਗੱਲਾਂ ਆਉਣ ਲੱਗੀਆਂ ਜਾਂ ਕਿਸੇ ਦੀ ਵੀ ਡੈਥ ਦੀ ਗੱਲ ਕਰ ਰਹੇ ਹਾਂ। ਕੀ ਇਸ ਦਾ ਜਿਉਂਦੇ ਜੀ ਵੀ ਅਸਰ ਹੁੰਦਾ ਹੈ? ਕੀ ਇਸ ਦਾ ਜਿਉਂਦੇ ਜੀ ਅਸੀਂ ਫਾਇਦਾ ਲੈ ਸਕਦੇ ਹਾਂ ਇਸ ਮਨੀ ਦਾ? ਯੈਸ। ਜੇ ਕੋਈ ਤੁਹਾਡਾ ਸਿਆਣਾ ਐਡਵਾਈਜ਼ਰ ਹੈ, ਉਸ ਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਇਹ ਪਾਲਿਸੀਆਂ ਪ੍ਰੋਪਰਲੀ ਡਿਜ਼ਾਈਨ ਕਰਨੀਆਂ ਆਉਂਦੀਆਂ ਨੇ ਔਰ ਤਜਰਬੇ ਨਾਲ ਆਉਂਦੀਆਂ ਨੇ, ਇੱਕਦਮ ਨਹੀਂ ਇਹ ਆਉਂਦੀਆਂ। ਜਿਹੜੀ ਇੱਕ ਪਾਲਿਸੀ ਹੈ ਟਰਮ ਪਾਲਿਸੀ, ਇਹ ਤਾਂ ਹੈ ਸਭ ਤੋਂ ਸਸਤੀ ਤੇ ਜਿੰਨੇ ਸਾਲ ਅਸੀਂ ਪੇ ਕਰਨਾ ਹੈ ਉਨੀ ਦੇਰ ਇੰਸ਼ੋਰੈਂਸ ਸਾਡੇ ਤੇ ਰਹਿਣੀ ਹੈ। ਜੇ ਸਾਨੂੰ ਕੁਝ ਹੋ ਗਿਆ ਤੇ ਪੈਸੇ ਮਿਲਣੇ ਨੇ, ਨਹੀਂ ਤਾਂ ਜੇ 20-25 ਸਾਲ ਬਾਅਦ ਇਹ ਟਰਮ ਖਤਮ ਹੋ ਗਈ, ਫਿਰ ਉਹ ਪੈਸੇ ਵੀ ਗਏ ਤੇ ਇੰਸ਼ੋਰੈਂਸ ਵੀ ਖਤਮ। ਲੇਕਿਨ ਐਸੀ ਇੰਸ਼ੋਰੈਂਸ ਵੀ ਹੈ ਜਿਸ ਦੇ ਵਿੱਚ ਤੁਸੀਂ ਟਰਮ ਇੰਸ਼ੋਰੈਂਸ ਦੇ ਨਾਲ ਕੁਝ ਐਕਸਟਰਾ ਪੈਸੇ ਪਾਓ, ਉਹ ਪੈਸਾ ਤੁਹਾਡਾ 8 ਤੋਂ 10% ਹੋਰ ਐਕਸਟਰਾ ਗਰੋ ਕਰਦਾ ਹੈ। ਕੰਪਨੀਆਂ ਉਹਨੂੰ ਗਰੋ ਕਰਕੇ ਦਿੰਦੀਆਂ ਨੇ ਔਰ 10 ਸਾਲ ਉਹ ਕਹਿੰਦੇ ਉਹਨਾਂ ਨੂੰ ਤੁਸੀਂ ਸੰਭਾਲ ਕੇ ਰੱਖੋ। ਵੈਸੇ 5 ਸਾਲ ਦਾ ਉਹਨਾਂ ਦਾ ਪੀਰੀਅਡ ਹੁੰਦਾ ਹੈ, ਲੌਂਗ ਟਰਮ ਇਨਵੈਸਟਮੈਂਟ ਹੈ, ਲੇਕਿਨ ਉਹਦੇ ਵਿੱਚੋਂ ਪੈਸੇ ਜੇ ਤੁਸੀਂ ਕਢਵਾਉਣੇ ਹੋਣ, ਤੁਹਾਡੇ ਉਹ ਲਾਈਫ ਵਿੱਚ ਜਿਉਂਦੇ ਜੀ ਕੰਮ ਆਉਂਦੀ ਹੈ ਤੇ ਤੁਸੀਂ ਉਹਨੂੰ ਕੁਝ ਸਾਲਾਂ ਲਈ ਇਸ ਤਰ੍ਹਾਂ ਪਲਾਨ ਕਰ ਸਕਦੇ ਹੋ ਕਿ ਉਨੀ ਦੇਰ ਪੈਸੇ ਦੇਣੇ ਨੇ ਔਰ ਉਸ ਤੋਂ ਬਾਅਦ ਤੁਸੀਂ ਪੈਸੇ ਕੋਈ ਨਹੀਂ ਪੇ ਕਰਨੇ। ਉਹ 'ਚ ਇੰਨਾ ਕੁ ਪੈਸਾ ਜਮ੍ਹਾਂ ਹੋ ਜਾਣਾ ਹੈ ਕਿ ਤੁਹਾਡੀ ਰਿਟਾਇਰਮੈਂਟ ਕਾਫੀ ਕੰਫਰਟੇਬਲ ਹੋ ਸਕਦੀ ਹੈ। ਆਪਣੇ ਕਿਸੇ ਵੀ ਤੁਸੀਂ ਜੋ ਸਿਆਣਾ ਕੋਈ ਐਡਵਾਈਜ਼ਰ ਹੈ, ਫਾਈਨੈਂਸ਼ੀਅਲ ਐਡਵਾਈਜ਼ਰ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਨੂੰ ਵੀ ਫੋਨ ਕਰ ਸਕਦੇ ਹੋ, ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ is as important as money making. ਆਪਣਾ ਬਿਰਦ ਸਮਾਰੇ ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਜੀ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਹਰ ਸਿਮਰਤ ਸਭ ਮਿਟੇ ਕਲੇਸ਼, ਚਰਨ ਕਮਲ ਮਨ ਮੇ ਪ੍ਰਵੇਸ਼। ਮਤਲਬ ਇਸ ਦਾ ਕੀ ਹੈ ਕਿ ਮੈਡੀਟੇਟਿੰਗ ਦੀ ਲਾਰਡ, ਪਰਮਾਤਮਾ ਨੂੰ ਜਦੋਂ ਅਸੀਂ ਉਹਦੀ ਉਸਤਤ ਕਰਦੇ ਹਾਂ, ਉਸ ਦੀ ਭਗਤੀ ਕਰਦੇ ਹਾਂ, ਆਲ ਸਫਰਿੰਗ ਇਜ਼ ਇਰੈਡੀਕੇਟਿਡ। ਸਾਰੇ ਸਾਡੇ ਜਿਹੜੇ ਕਸ਼ਟ ਨੇ ਉਹ ਜੜੋਂ ਮਿਟ ਜਾਂਦੇ ਨੇ। ਚਰਨ ਕਮਲ ਮਨ ਮੇ ਪ੍ਰਵੇਸ਼। Lord's lotus feet are enshrined in our mind. ਪਰਮਾਤਮਾ ਦੇ ਜਿਹੜੇ ਕੋਮਲ ਚਰਨ ਨੇ, ਕਮਲ ਫੁੱਲ ਵਰਗੇ ਜਿਹੜੇ ਚਰਨ ਨੇ, ਉਹ ਹਿਰਦੇ ਵਿੱਚ ਵਸ ਜਾਂਦੇ ਆ। ਕਹਿਣ ਦਾ ਮਤਲਬ ਸਾਡਾ ਹਿਰਦਾ ਵੀ ਇਦਾਂ ਦਾ ਕੋਮਲ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ। ਇਹਨਾਂ ਚੀਜ਼ਾਂ ਦਾ ਮਤਲਬ ਕੀ ਹੈ ਕਿ ਉਸ ਨੂੰ ਸਿਮਰਨ ਦੇ ਨਾਲ ਕੀ ਹੁੰਦਾ ਹੈ? ਕਾਰਨ ਆਓ ਅੱਜ ਆਪਾਂ ਇਸ ਦੇ ਉੱਤੇ ਥੋੜਾ ਵਿਚਾਰ ਕਰੀਏ। ਸਾਡਾ ਮਨ ਹਰ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਦੇ ਗਰਜਸ ਨਾਲ ਭਰਿਆ ਪਿਆ ਆ, ਕਿਸੇ ਰਿਸ਼ਤੇਦਾਰ ਦੇ, ਕਿਸੇ ਦੋਸਤ ਮਿੱਤਰ, ਭੈਣਾਂ ਭਰਾਵਾਂ, ਸ਼ਰੀਕੇਬਾਜ਼ੀਆਂ ਦੇ ਵਿੱਚ ਮਨ ਹਰ ਵੇਲੇ ਕਲਪੀ ਜਾ ਰਿਹਾ ਆ। ਉਸ ਕਲਪਨਾ ਨੂੰ ਜਿਹੜੀ ਆ, ਕਲਪਨਾ ਮਤਲਬ ਇਹ ਕਲਪਨਾ ਉਹ ਨਹੀਂ ਜਿਹੜੀ ਅਸੀਂ ਇਮੈਜੀਨੇਸ਼ਨ ਦੀ ਗੱਲ ਕਰਦੇ ਹਾਂ। ਇਹ ਜਿਹੜੀ ਮਨ ਨੂੰ ਹਰ ਵੇਲੇ ਨਾ ਉਹ ਇੱਕ ਲੱਗੀ ਹੋਈ ਹੈ ਕਿ ਇਹਨੂੰ ਮੈਨੂੰ ਇੱਦਾਂ ਕੀਤਾ, ਮੈਂ ਉਹਨੂੰ ਇੱਦਾਂ ਕਰ ਦੇਣਾ। ਇਸ ਚੀਜ਼ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਕਹਿੰਦੇ ਆ, ਜਬ ਧਾਰੇ ਕੋਈ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ। ਤੁਸੀਂ ਮਨ ਵਿੱਚ ਕਿਤੇ ਕਿਸੇ ਨੂੰ ਬਿਠਾ ਲਓ ਕਿ ਜਿਸਨੇ ਤੁਹਾਡੇ ਨਾਲ ਮਾੜਾ ਕੀਤਾ, ਬਿਠਾ ਲਓ ਕਿ ਬੈਠਾ ਹੀ ਹੁੰਦਾ ਸਾਡੇ ਮਨਾਂ ਦੇ ਵਿੱਚ ਕਿ ਯਾਰ ਜੇ ਕਿਤੇ ਮੈਨੂੰ ਮੌਕਾ ਮਿਲਿਆ ਨਾ ਤਾਂ ਮੈਂ ਇਸ ਬੰਦੇ ਨੂੰ ਛੱਡਣਾ, ਇਹਨੇ ਮੇਰੇ ਨਾਲ ਠੱਗੀ ਮਾਰੀ, ਇਹਨੇ ਮੇਰੇ ਨਾਲ ਧੋਖਾ ਕੀਤਾ, ਮੇਰੀ ਉੱਥੇ ਇਨਸਲਟ ਕੀਤੀ ਜਾਂ ਕਰਵਾਈ। ਤੂੰ ਮਨ ਜਿਹੜਾ ਆਪਣੇ ਆਪ 'ਚ ਜਿਹੜਾ ਨਾ
ਕਲਪੀ ਜਾ ਰਿਹਾ ਆ, ਇਸ ਨੂੰ ਰੋਕਣ ਦਾ ਤਰੀਕਾ ਕੀ ਆ? ਗੁਰਬਾਣੀ ਵਿੱਚ ਇਹੋ ਹੀ ਮੈਂਸ਼ਨ ਕੀਤਾ ਗਿਆ ਹੈ ਕਿ ਅਸੀਂ ਅਗਰ ਹਰੀ ਨੂੰ ਸਿਮਰਦੇ ਹਾਂ, ਅਸੀਂ ਉਸਤਤ ਕਰਦੇ ਹਾਂ, ਪਰਮਾਤਮਾ ਦੀ ਤਾਰੀਫ ਕਰਦੇ ਹਾਂ, ਤੇ ਸਾਡੀ ਜਿਹੜੀ ਚੁਗਲੀਆਂ ਵਾਲੀ ਆਦਤ ਹੈ ਨਾ ਜੀ, ਛੁੱਟ ਜਾਂਦੇ। ਉਹ ਛੁੱਟ ਜਾਂਦੀ ਹੈ, ਤੇ ਚੰਗਾ ਬੋਲਣਾ, ਸਾਡਾ ਮਨ ਵੀ ਜਿਹੜਾ ਹੈ ਉਹ ਚੰਗਾ ਬੋਲਣਾ ਸਿੱਖ ਜਾਂਦਾ ਹੈ, ਉਸ ਦੇ ਲਈ ਟ੍ਰੇਨਡ ਹੋ ਜਾਂਦਾ ਹੈ। ਜਦੋਂ ਅਸੀਂ ਉਸਤਤ ਕਰਨੀ ਸਿੱਖ ਜਾਂਦੇ ਹਾਂ, ਫਿਰ ਜਦੋਂ ਵੀ ਕਿਤੇ ਗੱਲ ਨਿਕਲੇਗੀ, ਆਦਤਾਂ ਸਾਡੀਆਂ ਜੇ ਚੇਂਜ ਹੋ ਗਈਆਂ ਹਰੀ ਦਾ ਸਿਮਰਨ ਬਾਰ-ਬਾਰ ਕਰਨ ਨਾਲ, ਅਸੀਂ ਕਿਸੇ ਨੂੰ ਵੀ ਦੇਖਾਂਗੇ, ਕਿਸੇ ਨੇ ਚੰਗਾ ਕੰਮ ਕੀਤਾ, ਵਾਹ ਕੀ ਬਾਤ ਹੈ, ਵਾਹ ਯਾਰ ਕਮਾਲ ਕਰਤਾ ਤੁਸੀਂ ਤੇ ਜੀ। ਉਹ ਅੱਛੀਆਂ ਆਦਤਾਂ ਦੇ ਨਾਲ ਸਾਡੇ ਮੂੰਹੋਂ ਤਾਰੀਫਾਂ ਨਿਕਲਣਗੀਆਂ, ਉਸਤਤ ਨਿਕਲੇਗੀ, ਅਸੀਂ ਕਮੀਆਂ ਪੇਸ਼ੀਆਂ ਜਿਹੜੀਆਂ ਦੂਜਿਆਂ 'ਚ ਦੇਖਦੇ ਹਾਂ ਉਹ ਸਾਡੇ ਵੱਲੋਂ ਹਟ ਜਾਣਗੀਆਂ। ਤੇ ਇਹੋ ਹੀ ਗੁਰਬਾਣੀ ਸਮਝਾਉਂਦੀ ਹੈ ਕਿ ਮਨ ਵਿੱਚੋਂ ਵਿਕਾਰ ਕੱਢਣੇ ਆ, ਔਰ ਉਹ ਨਿਕਲਦੇ ਆ ਅਭਿਆਸ ਨਾਲ, ਪ੍ਰੈਕਟਿਸ ਨਾਲ। ਇਸੇ ਲਈ ਸਵੇਰੇ ਸ਼ਾਮ ਤਾਂ ਪਾਠ ਜ਼ਰੂਰ ਹੀ ਕਰਨਾ ਹੈ, ਤੇ ਜੇ ਸਵਾਸ ਸਿਮਰ ਹੋ ਜਾਏ ਫਿਰ ਤਾਂ ਉਹਦਾ ਕੋਈ ਹੋਰ ਮੁਕਾਬਲਾ ਹੀ ਨਹੀਂ। ਜਦੋਂ ਅਸੀਂ ਉਸ ਨੂੰ ਯਾਦ ਰੱਖਦੇ ਹਾਂ, ਅਸੀਂ ਕਿਸੇ ਵੀ ਮੁਸ਼ਕਿਲ 'ਚ ਹੋਈਏ, ਸਾਡੇ ਮਨ ਵਿੱਚ ਐਡਾ ਵਿਸ਼ਵਾਸ ਬਣ ਜਾਂਦਾ ਹੈ ਕਿ ਮੈਨੂੰ ਇਸ ਮੁਸੀਬਤ ਵਿੱਚੋਂ ਵੀ ਪਰਮਾਤਮਾ ਨੇ ਕੱਢ ਲੈਣਾ ਹੈ। ਜਦੋਂ ਅਸੀਂ ਇਸ ਅਵਸਥਾ 'ਚ ਪਹੁੰਚ ਜਾਂਦੇ ਹਾਂ, ਫਿਰ ਸਾਡੇ ਤੇ ਤੁਹਾਡੇ ਦਿਲਾਂ ਤੇ ਘਰਾਂ ਦੇ ਵਿਹੜੇ ਸਦਾ ਖੁਸ਼ੀਆਂ ਨਾਲ ਮਹਿਕਦੇ ਰਹਿੰਦੇ ਨੇ। ਸਾਦਾਪਨ ਮੇਰੀ ਹਰ ਬਾਤ ਵਿੱਚ ਰੱਖੀ, ਸਾਦਾਪਨ ਮੇਰੀ ਹਰ ਬਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ। ਉਮੀਦ ਕਰਦੇ ਹਾਂ ਕਿ ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਇਸ ਹਫ਼ਤੇ ਦਾ ਪ੍ਰੋਗਰਾਮ ਵੀ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਦਿੰਦੇ ਰਹਿਣਾ। ਹੁਣ ਮਿਲਦੇ ਹਾਂ ਜੀ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰੱਖਾ।